हाँ जी, गेटवे टू इंग्लिश चैनल ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ 10th ਕਲਾਸ ਦੀ ਜੋ ਆਪਣੇ ਕੋਲ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਬੁੱਕ ਹੈ ਉਸ ਵਿੱਚੋਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਜੋ ਹੈ ਡਿਸਕਸ ਕਰਾਂਗੇ। ਬੇਟਾ ਇਸ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਦੇਖਾਂਗੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਕੀ ਹੈ, ਕੀ ਪਛਾਣ ਹੈ, ਹੈਲਪਿੰਗ ਵਰਬਸ ਕਿਹੜੀਆਂ ਯੂਜ਼ ਹੁੰਦੀਆਂ ਨੇ ਇਸ ਟੈਂਸ ਦੇ ਵਿੱਚ, ਮੇਨ ਵਰਬ ਕਿਹੜੀ ਯੂਜ਼ ਹੋਊਗੀ। ਸੋ ਇਹ ਪਹਿਲਾਂ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਫਿਰ ਤੁਹਾਡੀ ਬੁੱਕ ਦੇ ਵਿੱਚ ਜੋ ਐਕਸਰਸਾਈਜ਼ ਦਿੱਤੀ ਹੋਈ ਹੈ, ठीक है, सैकेंड टर्म वास्ते उस एक्सरसाइज ਨੂੰ ਵੀ ਆਪਾਂ ਫਿਲ ਕਰਾਂਗੇ, ਸੋਲਵ ਕਰਾਂਗੇ। ਠੀਕ ਹੈ, ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ। ਠੀਕ ਹੈ, ਤੁਹਾਡੀ ਗ੍ਰਾਮਰ ਦੀ ਜੋ ਬੁੱਕ ਹੈ ਬੇਟਾ ਇਹ ਉਸ ਦੇ ਵਿੱਚ ਪੇਜ ਨੰਬਰ 63 ਐਂਡ 64 ਨੰਬਰ ਤੇ ਐਕਸਰਸਾਈਜ਼ ਦਿੱਤੀ ਹੋਈ ਹੈ, ਉਹ ਆਪਾਂ ਸੋਲਵ ਕਰਾਂਗੇ। ਠੀਕ ਹੈ, ਵੀਡੀਓ ਦੇ ਵਿੱਚ ਪਹਿਲਾਂ ਸਮਝ ਲਓ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਕੀ ਹੈ। ਪਛਾਣ ਪੰਜਾਬੀ 'ਚ ਮੈਂ ਦੱਸ ਰਿਹਾ ਪਹਿਲਾਂ, ਜਿਨ੍ਹਾਂ ਵਾਕਾਂ ਦੇ ਵਿੱਚ ਤੋਂ ਸੈਂਟੈਂਸ ਦੇ ਵਿਚਕਾਰ ਹੋਊਗਾ ਤੋਂ ਤੇ ਐਂਡ ਤੇ ਹੋਏਗਾ ਰਿਹਾ ਹੈ। ਠੀਕ ਹੈ, ਇਸੇ ਤਰ੍ਹਾਂ ਤੋਂ ਰਹੀ ਹੈ, ਤੋਂ ਰਹੇ ਹਨ। ਇਹ ਮੈਂ ਤੋਂ ਬਾਅਦ ਦੇਖੋ ਡੋਟ ਲਗਾਈ ਹੈ, ਸਪੇਸ ਦਿੱਤੀ ਹੈ, ਖਾਲੀ ਸਥਾਨ ਛੱਡਿਆ। ਕਿਉਂ ਛੱਡਿਆ? ਕਿਉਂਕਿ ਇੱਥੇ ਕੁਝ ਹੋਰ ਵਰਡਸ ਹੋਣਗੇ ਵਿੱਚ। ਠੀਕ ਹੈ, ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਲਈਏ, ਮੈਂ ਕਹਿ ਦੇਵਾਂ ਵੀ ਅਧਿਆਪਕ ਸਵੇਰ ਤੋਂ ਪੜ੍ਹਾ ਰਿਹਾ ਹੈ। ਠੀਕ ਹੈ, ਹੁਣ ਤੋਂ ਵਿਚਕਾਰ ਆ ਗਿਆ ਨਾ, ਪੜ੍ਹਾ ਰਿਹਾ ਹੈ ਲਾਸਟ ਤੇ ਆਇਆ। ਸੋ ਇਸ ਤਰ੍ਹਾਂ ਦੀ ਪਛਾਣ ਹੈ। ਇਸ ਟੈਂਸ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਦੇ ਵਿੱਚ ਐਕਸ਼ਨ ਜੋ ਹੈ ਸ਼ੁਰੂ ਪਹਿਲਾਂ ਹੋਇਆ ਹੁੰਦਾ ਹੈ ਅਤੇ ਜਦੋਂ ਆਪਾਂ ਉਸ ਐਕਸ਼ਨ ਬਾਰੇ ਗੱਲ ਕਰ ਰਹੇ ਹਾਂ ਉਸ ਟਾਈਮ ਤੱਕ ਵੀ ਉਹ ਐਕਸ਼ਨ ਚੱਲ ਰਿਹਾ ਹੁੰਦਾ ਹੈ। ਠੀਕ ਹੈ, ਇੱਕ ਆਪਾਂ ਪਹਿਲਾਂ ਟੈਂਸ ਕਰ ਚੁੱਕੇ ਹਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ, ਉਸ ਦੇ ਵਿੱਚ ਆ ਪਰਫੈਕਟ ਸ਼ਬਦ ਨਹੀਂ ਸੀ ਵਿਚਾਲੇ, ਉਸ ਦਾ ਨਾਮ ਸੀ ਸਿੱਧਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਉਹ ਆਪਾਂ ਨੇ ਪਹਿਲਾਂ ਡਿਸਕਸ ਕੀਤਾ ਹੋਇਆ। ਉਸ ਦੀ ਪਛਾਣ ਦੇ ਵਿੱਚ ਵੀ ਰਿਹਾ ਹੈ, ਰਹੀ ਹੈ, ਰਹੇ ਹਨ ਆਪਾਂ ਡਿਸਕਸ ਕੀਤਾ ਸੀ। ਪਰ ਬੇਟਾ ਡਿਫਰੈਂਸ ਹੈ, ਧਿਆਨ ਰੱਖਿਓ, ਪ੍ਰੈਜ਼ੈਂਟ ਕੰਟੀਨਿਊਸ ਟੈਂਸ ਅਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੇ ਵਿੱਚ ਕੀ ਡਿਫਰੈਂਸ ਹੈ। ਇਸ ਟੈਂਸ ਦੇ ਵਿੱਚ ਤਾਂ ਟਾਈਮ ਦੱਸਿਆ ਗਿਆ ਹੁੰਦਾ ਕਿ ਐਕਸ਼ਨ ਜਦੋਂ ਤੋਂ ਸ਼ੁਰੂ ਹੋਇਆ, ਉਹ ਟਾਈਮ ਵੀ ਦੱਸਿਆ ਗਿਆ ਅਤੇ ਆਪਣੇ ਗੱਲ ਕਰਨ ਦੇ ਸਮੇਂ ਤੱਕ ਐਕਸ਼ਨ ਜਾਰੀ ਹੈ। ਪਰ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ। ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਇਹ ਤਾਂ ਦੱਸਿਆ ਜਾਂਦਾ ਕਿ ਐਕਸ਼ਨ ਜਾਰੀ ਹੈ ਉਸ ਟਾਈਮ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਐਕਸ਼ਨ ਸ਼ੁਰੂ ਕਦੋਂ ਤੋਂ ਹੋਇਆ ਸੀ। ਇਹ ਬੇਸਿਕ ਡਿਫਰੈਂਸ ਹੈ ਇਹਨਾਂ ਵਿੱਚ। ਠੀਕ ਹੈ, ਸੋ ਇਸ ਦੇ ਵਿੱਚ ਹੈਲਪਿੰਗ ਵਰਬ ਦੇਖੋ ਕੀ ਨੇ, ਹੈਜ਼ ਬੀਨ ਅਤੇ ਹੈਵ ਬੀਨ, ਇਹ ਦੋ ਹੈਲਪਿੰਗ ਵਰਬਸ ਇਸ ਦੇ ਵਿੱਚ ਯੂਜ਼ ਹੁੰਦੀਆਂ ਨੇ। ਠੀਕ ਹੈ, ਹੈਜ਼ ਬੀਨ ਕਦੋਂ ਯੂਜ਼ ਕਰਨਾ ਹੈ, ਆਪਾਂ ਲਾਸਟ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ। ਹੈਜ਼ ਕਿਹੜੇ ਸਬਜੈਕਟ ਨਾਲ ਯੂਜ਼ ਕਰਦੇ ਹਾਂ ਆਪਾਂ, ਥਰਡ ਪਰਸਨ ਸਿੰਗੂਲਰ ਨਾਲ ਆਪਾਂ ਹੈਜ਼ ਯੂਜ਼ ਕਰਦੇ ਹਾਂ ਬੇਟਾ। ਠੀਕ ਹੈ, ਸੋ ਹੈਜ਼ ਬੀਨ ਇਸ ਦੇ ਵਿੱਚ ਦੋ ਪਾਰਟ ਨੇ ਹੈਲਪਿੰਗ ਵਰਬ ਦੇ, ਹੈਜ਼ ਅਤੇ ਬੀਨ। ਠੀਕ ਹੈ, ਇਹ ਇੱਕ ਹੈਲਪਿੰਗ ਵਰਬ ਹੈ, ਪਾਰਟ ਦੋ ਨੇ ਇਸ ਦੇ। ਠੀਕ ਹੈ, ਹੈਜ਼ ਤੇ ਬੀਨ ਥਰਡ ਪਰਸਨ ਸਿੰਗੂਲਰ ਨਾਲ ਯੂਜ਼ ਕਰਨੀ ਹੈ। ਥਰਡ ਪਰਸਨ ਸਿੰਗੂਲਰ ਦੇ ਉਦਾਹਰਨ ਨੇ ਜਿਵੇਂ ਕਿ ਹੀ, ਸ਼ੀ, ਇਟ, ਨੇਮ, ਇਹ ਥਰਡ ਪਰਸਨ ਸਿੰਗੂਲਰ ਦੇ ਉਦਾਹਰਨ ਨੇ। ਹੈਵ ਬੀਨ ਕਿਹੜੇ ਸਬਜੈਕਟ ਨਾਲ ਯੂਜ਼ ਕਰਨੀ ਹੈ ਬੇਟਾ, ਫਸਟ ਪਰਸਨ ਪ੍ਰੋਨਾਊਨ ਨਾਲ, ਸੈਕੰਡ ਪਰਸਨ ਪ੍ਰੋਨਾਊਨ ਨਾਲ, ਅਤੇ ਕੋਈ ਵੀ ਪਲੂਰਲ ਹੋਵੇ। ਠੀਕ ਹੈ, ਫਸਟ ਪਰਸਨ ਪ੍ਰੋਨਾਊਨ ਕਿਹੜੀਆਂ ਹੁੰਦੀਆਂ ਨੇ, ਆਈ ਅਤੇ ਵੀ। ਸੈਕੰਡ ਪਰਸਨ ਪ੍ਰੋਨਾਊਨ ਹੁੰਦਾ ਹੈ ਯੂ, ਅਤੇ ਪਲੂਰਲ ਕੋਈ ਵੀ ਹੋ ਸਕਦਾ ਹੈ ਜਿਵੇਂ ਕਿ ਦੇ ਪਲੂਰਲ ਹੈ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਪਲੂਰਲ ਕੋਈ ਵੀ ਹੋ ਸਕਦਾ ਜਿਵੇਂ ਪੀਪਲ ਹੈ। ਠੀਕ ਹੈ, ਕੁਛ ਵੀ ਪਲੂਰਲ ਬਣਾ ਸਕਦੇ ਹਾਂ ਆਪਾਂ, ਬੁੱਕਸ ਹੈ, ਸਟੋਰੀਜ਼। ਠੀਕ ਹੈ, ਟੇਬਲਸ, ਬੋਇਜ਼, ਗਰਲਸ। ਸੋ ਕੋਈ ਵੀ ਪਲੂਰਲ ਸਬਜੈਕਟ ਹੋਵੇ ਜਾਂ ਫਸਟ ਪਰਸਨ ਪ੍ਰੋਨਾਊਨ ਹੋਵੇ ਜਾਂ ਸੈਕੰਡ ਪਰਸਨ ਪ੍ਰੋਨਾਊਨ ਹੋਵੇ, ਇਹਨਾਂ ਸਬਜੈਕਟਸ ਨਾਲ ਆਪਾਂ ਯੂਜ਼ ਕਰਾਂਗੇ ਹੈਵ ਬੀਨ। ਅਤੇ ਮੇਨ ਵਰਬ ਇਸ ਟੈਂਸ ਦੇ ਵਿੱਚ ਯੂਜ਼ ਹੋਊਗੀ ਬੇਟਾ ਫੋਰਥ ਫੋਰਮ ਯਾਨੀ ਕਿ ING ਫੋਰਮ। ਠੀਕ ਹੈ, ਅਤੇ ਇਸ ਦੇ ਵਿੱਚ ਟੈਂਸ ਦੇ ਵਿੱਚ ਨਾ ਦੋ ਸ਼ਬਦ ਵੀ ਯੂਜ਼ ਹੁੰਦੇ ਨੇ, ਇਹ ਸਿੰਸ ਅਤੇ ਫੋਰ। ਸਿੰਸ ਯੂਜ਼ ਹੋਏਗਾ ਪੁਆਇੰਟ ਆਫ ਟਾਈਮ ਵਾਸਤੇ ਅਤੇ ਫੋਰ ਯੂਜ਼ ਹੁੰਦਾ ਪੀਰੀਅਡ ਆਫ ਟਾਈਮ ਵਾਸਤੇ। ਇਸ ਟੈਂਸ ਦੀ ਡਿਟੇਲ ਜੇਕਰ ਜਾਣਕਾਰੀ ਤੁਸੀਂ ਲੈਣੀ ਹੈ ਬੇਟਾ, ਡਿਟੇਲ ਦੇ ਵਿੱਚ ਸਮਝਣਾ ਇਸ ਨੂੰ, ਤਾਂ ਟੈਂਸ ਵਾਲੀ ਵੀਡੀਓ ਦੇਖ ਲਓ, ਪਲੇਲਿਸਟ ਬਣੀ ਹੋਈ ਹੈ ਟੈਂਸ ਦੇ ਨਾਂ 'ਤੇ। ਠੀਕ ਹੈ, ਉਹ ਪਲੇਲਿਸਟ ਖੋਲ੍ਹੋ ਅਤੇ ਉੱਥੋਂ ਤੁਸੀਂ ਇਸ ਨੂੰ ਡਿਟੇਲ ਦੇ ਵਿੱਚ ਸਮਝ ਸਕਦੇ ਹੋ। ਸਪੈਸ਼ਲ ਇੱਕ ਵੀਡੀਓ ਸਿੰਸ ਅਤੇ ਫੋਰ 'ਤੇ ਵੀ ਬਣੀ ਹੋਈ ਹੈ। ਠੀਕ ਹੈ, ਵੀ ਕਦੋਂ ਸਿੰਸ ਦੀ ਵਰਤੋਂ ਕਰਨੀ ਹੈ, ਕਦੋਂ ਫੋਰ ਦਾ ਆਪਾਂ ਨੇ ਯੂਜ਼ ਕਰਨਾ ਹੈ, ਇਸ ਦੇ ਉੱਪਰ ਸਪੈਸ਼ਲ ਇੱਕ ਅਲੱਗ ਵੀਡੀਓ ਹੈ ਆਪਣੇ ਚੈਨਲ ਦੇ ਉੱਪਰ ਪਈ ਹੈ, ਪਲੇਲਿਸਟ ਦੇ ਵਿੱਚ ਜਾ ਕੇ ਦੇਖ ਕੇ ਤੁਸੀਂ ਇਸ ਨੂੰ ਕਲੀਅਰ ਕਰ ਸਕਦੇ ਹੋ। ਠੀਕ ਹੈ, ਇੱਥੇ ਬਸ ਮੈਂ ਇੰਨਾ ਕੀ ਦੱਸੂਗਾ ਕਿ ਸਿੰਸ ਜੋ ਹੈ ਪੁਆਇੰਟ ਆਫ ਟਾਈਮ ਵਾਸਤੇ ਯੂਜ਼ ਕਰਦੇ ਹਾਂ ਆਪਾਂ, ਜਾਂ ਕਹਿ ਲਓ ਨਿਸ਼ਚਿਤ ਸਮੇਂ ਵਾਸਤੇ, ਸਰਟਨ ਟਾਈਮ ਵਾਸਤੇ, ਅਤੇ ਫੋਰ ਜੋ ਹੈ ਪੀਰੀਅਡ ਆਫ ਟਾਈਮ ਕਹਿ ਲਓ ਜਾਂ ਕਹਿ ਲਓ ਅਨਸਰਟਨ ਟਾਈਮ ਵਾਸਤੇ। ਠੀਕ ਹੈ, ਅੱਗੇ ਚਲੋ ਪੋਜ਼ੀਟਿਵ ਸੈਂਟੈਂਸਿਸ ਦੇਖੋ ਕਿਵੇਂ ਫਰੇਮ ਹੁੰਦੇ ਆ ਇਸ ਟੈਂਸ ਦੇ। I have been teaching English since 2006।
एक होर उदाहरण देख लो, ही हैज़ बीन टीचिंग हिंदी फॉर 15 ईयर्स। हुण देखो देखने वाली गल की है, सब तो पहले नंबर पर की लिखिया सब्जैक्ट, आई ही सब्जैक्ट ने देखो सब्जैक्ट लिखिया। दूसरे नंबर पर हैल्पिंग वर्ब इस दे विच हैव बीन, इस दे विच हैज़ बीन आई। इत्थे हैव बीन क्यों लिखिया, क्योंकि सब्जैक्ट फस्ट परसन प्रनाउन है। इत्थे हैज़ बीन क्यों लिखिया, क्योंकि सब्जैक्ट थर्ड परसन सिंगुलर है। क्लीयर। उस तो बाद ING फॉर्म लगनी है, इत्थे भी देखो सेम। फिर ऑब्जैक्ट है। उस तो बाद सिंस या फॉर विचों एक वर्ड यूज करना है। जे समा निश्चित होवे तां सिंस, अनिश्चित होवे तां फॉर। ठीक है। हुण इत्थे देखो 2006 है, टाइम है, लास्ट ते टाइम लिखना आपां ने। इत्थे 2006 है, इत्थे 15 साल है, 15 ईयर्स। ठीक है। हुण इत्थे सिंस क्यों है, क्योंकि 2006 एक पक्का समय है, निश्चित समय है, सर्टन टाइम है, पॉइंट ऑफ टाइम है। इत्थे 15 ईयर्स पॉइंट ऑफ टाइम नहीं है, पीरियड ऑफ टाइम है 15 साल। ये 15 साल कोई भी हो सकते हैं, जिमें 2000 तो लैके 2015 तक भी 15 साल बन गए। ठीक है। 2005 तो शुरू करके 20 तक भी 15 साल बन जाएंगे। ये क्लीयर नहीं है आपां नूं 15 साल किहड़े ने। ठीक है। इस करके इत्थे फो यूज किया आपां। इत्थे बिल्कुल क्लीयर है, दस्सिया ही होया भी इस साल तो 2006 पक्का लिखता, तो सो इस करके इत्थे सिंस लग्या। सो स्ट्रक्चर की बनया बेटा, सब तो पहले नंबर पर तुसीं सब्जैक्ट लिखना है। उस तो बाद हैज़ बीन हैल्पिंग वर्ब लिखनी है, तो हैज़ बीन जां हैव बीन दोनों विचों एक अकॉर्डिंग टू सब्जैक्ट। ठीक है। उस तो बाद तुसीं ING फॉर्म लगानी है। उस तो बाद फिर ऑब्जैक्ट लिखना है। ऑब्जैक्ट तो बाद सिंस या फॉर विचों कोई एक शब्द की तुसीं इत्थे वरतों करोगे। ठीक है। जेकर समा निश्चित है सिंस लिखोगे, अनिश्चित है तो फॉर लिखोगे। लास्ट ते तुसीं टाइम लिखना जो भी इस दिता होया है। क्लीयर। ये सी पॉजिटिव सेंटेंस का स्ट्रक्चर। नैगेटिव सेंटेंस का स्ट्रक्चर देख लो बेटा, कोई ज़्यादा मुश्किल नहीं है, नोट लगाना है बस तुसीं ये ध्यान रखना है। नोट इंसर्ट कित्थे करना है, हैव, हैज़। देखो इस दे विच की है, देखो हैल्पिंग वर्ब दो पार्ट ने, हैव बीन, हैज़ बीन। ठीक है। जदों भी तुसीं नोट लगाना है हैल्पिंग वर्ब के फस्ट पार्ट तो बाद लगाना है, ये ध्यान रखना अपन ने। टेंस कोई भी होवे, ठीक है, ਆਪਾਂ ने नोट हमेशा ही जो है हैल्पिंग वर्ब के फस्ट पार्ट तो बाद लगाना है। इस दे विच फस्ट पार्ट हैव है, हैव तो बाद नोट लगा दिता। इस दे विच फस्ट पार्ट हैज है, हैज तो बाद नोट लगा दिता। उस तो बाद सैकेंड पार्ट लिखना है। ठीक है। हैल्पिंग वर्ब का उस तो बाद जो है ING फॉर्म, मेन वर्ब यानी कि, फिर ऑब्जैक्ट, फिर सिंस या फॉर विचों एक शब्द आ गया। उस तो बाद टाइम। ठीक है। शुरू च अपने सब्जैक्ट लिखना ही है। हुण स्ट्रक्चर ये बन गया इसका, देखो सब्जैक्ट, सब्जैक्ट तो बाद हैल्पिंग वर्ब का पहला पार्ट, फिर नोट, फिर हैल्पिंग वर्ब का दूसरा पार्ट, उस तो बाद ING फॉर्म, मेन वर्ब आ गई यानी कि, फिर ऑब्जैक्ट लिखना है। उस तो बाद सिंस फॉर, इन्हां विचों कोई एक शब्द की वरतों करांगे। लास्ट ते लिखांगे टाइम ते फुल स्टॉप। ये हो गया नैगेटिव का स्ट्रक्चर। हुण गल करते हैं आप इंट्रोगेटिव की। इंट्रोगेटिव दे विच की है, हैल्पिंग वर्ब का जो फस्ट पार्ट है उसनों सब्जैक्ट तो पहला लिख देना। सब्जैक्ट देखो आई है, हैव पहला इधर सी, हैव नूं चक के आपां इत्थों जो है इत्थे लै गए। ठीक है। हैव हैल्पिंग वर्ब का फस्ट पार्ट है, ओनली फस्ट पार्ट जो है शिफ्ट करना आपां ने, सब्जैक्ट तो पहला लिखांगे उसनों। ठीक है। तो बाकी सेम रह जाएगा एज इट इज़। हैव आई बीन उत्थे ही रह गया, ING फॉर्म उत्थे ही रह गई, ऑब्जैक्ट उत्थे ही रह गया, सिंस उत्थे ही रह गया, टाइम उत्थे ही रह गया। एक ये चेंज करने कि लास्ट ते क्वेश्चन मार्क लगूगा इत्थे। ठीक है। सो इस तरह दूसरे उदाहरण दे विच भी देखो, इत्थे पहला हैज इत्थे सी, हैज नूं इत्थों चक्के आपां इत्थे लै गए पहले नंबर ते। हैल्पिंग वर्ब का फस्ट पार्ट यानी कि शिफ्ट कर दिता। ठीक है। उस हैल्पिंग वर्ब उस तो बाद होगा सब्जैक्ट है ही और फिर सैकेंड पार्ट हैल्पिंग वर्ब का, मेन वर्ब आ गई, ऑब्जैक्ट, फॉर ते टाइम, लास्ट ते क्वेश्चन मार्क। ठीक है। सो ये स्ट्रक्चर बन गया बेटा इसका कि हैल्पिंग वर्ब का फस्ट पार्ट पहले नंबर पर, फिर सब्जैक्ट, फिर हैल्पिंग वर्ब का दूसरा पार्ट, उस तो बाद ING फॉर्म, फिर ऑब्जैक्ट, फिर सिंस या फॉर विचों एक सब्जैक्ट एक वर्ड यूज करना है। उस तो बाद टाइम लिखना है जो भी उसके दिता है वाक दे, ते लास्ट ते तुसीं क्वेश्चन मार्क लगाना है। क्लीयर। देखो बेटा वीडियो नूं लाइक जरूर कर दिया करो, शेयर कर दिया करो। जेकर चैनल ते नवे आए तो प्लीज़ चैनल सबसक्राइब जरूर कर लो। ठीक है बेटा। नैगेटिव प्लस इंट्रोगेटिव सेंटेंस नकारात्मक भी है तो प्रश्नवाचक भी है। ठीक है। मिक्स हो गया। सो फिर की करांगे आपां, हैल्पिंग वर्ब का पहला पार्ट है उसनूं पहला लिखांगे, जिवें हैव, फिर सब्जैक्ट आ गया। उस तो बाद इत्थे नोट लिखना आपने। ठीक है। ये कॉमन गल है बेटा, ध्यान रखो जो कोई भी नैगेटिव इंट्रोगेटिव सेंटेंस किसी भी टेंस का, ठीक है, तो नोट हमेशा ही सब्जैक्ट तो बाद लिखना है।
आई ਸਬਜੈਕਟ ਹੈ ਨੋਟ ਲੱਗ ਗਿਆ, ਹੀ ਸਬਜੈਕਟ ਹੈ ਨੋਟ ਲੱਗ ਗਿਆ ਇਸ ਤੋਂ ਬਾਅਦ। ਠੀਕ ਹੈ, ਤੇ ਪਹਿਲੇ ਨੰਬਰ ਤੇ ਹੈਲਪਿੰਗ ਵਰਬ ਦਾ ਪਹਿਲਾ ਪਾਰਟ ਲਿਖਣਾ ਹੈ, ਫਿਰ ਸਬਜੈਕਟ ਆ ਗਿਆ, ਫਿਰ ਨੋਟ ਆ ਗਿਆ, ਉਸ ਤੋਂ ਬਾਅਦ ਹੈਲਪਿੰਗ ਵਰਬ ਦਾ ਦੂਸਰਾ ਪਾਰਟ ਆ ਗਿਆ, ਫਿਰ ਮੇਨ ਵਰਬ ਆ ਗਈ ਬੇਟਾ, ਉਸ ਤੋਂ ਬਾਅਦ ਆਬਜੈਕਟ ਆ ਗਿਆ, ਫਿਰ ਸਿੰਸ ਜਾਂ ਫੋਰ ਵਿੱਚੋਂ ਇੱਕ ਵਰਡ ਯੂਜ਼ ਕਰ ਲਿਆ, ਉਸ ਤੋਂ ਬਾਅਦ ਟਾਈਮ ਲਿਖਣਾ ਹੈ, ਟਾਈਮ ਤੋਂ ਬਾਅਦ ਆਪਾਂ ਨੇ ਕੁਐਸਚਨ ਮਾਰਕ ਲਾਸਟ ਤੇ ਐਡ ਕਰ ਦੇਣਾ ਹੈ। ਠੀਕ ਹੈ, ਸੋ ਸਟਰਕਚਰ ਇੱਕ ਵਾਰ ਫੇਰ ਸਮਝ ਲਓ ਕੀ ਬਣ ਗਿਆ। ਹੈਲਪਿੰਗ ਵਰਬ ਦਾ ਪਹਿਲਾ ਪਾਰਟ, ਠੀਕ ਹੈ, ਸ਼ੁਰੂ ਦੇ ਵਿੱਚ ਬਿਗਨਿੰਗ ਦੇ ਵਿੱਚ, ਉਸ ਤੋਂ ਬਾਅਦ ਸਬਜੈਕਟ, ਸਬਜੈਕਟ ਤੋਂ ਬਾਅਦ ਨੋਟ, ਫਿਰ ਹੈਲਪਿੰਗ ਵਰਬ ਦਾ ਦੂਸਰਾ ਪਾਰਟ, ਠੀਕ ਹੈ, ਉਸ ਤੋਂ ਬਾਅਦ ਆਈਐਨਜੀ ਫਾਰਮ, ਫਿਰ ਆਬਜੈਕਟ, ਫਿਰ ਜਾਂ ਸਿੰਸ ਜਾਂ ਫੋਰ ਵਿੱਚੋਂ ਕੋਈ ਇੱਕ ਵਰਡ, ਉਸ ਤੋਂ ਬਾਅਦ ਟਾਈਮ ਪਲੱਸ ਕੁਐਸਚਨ ਮਾਰਕ। ਜੇਕਰ WH ਫੈਮਿਲੀ ਦਾ ਕੋਈ ਵਰਡ ਆ ਗਿਆ ਹੈ ਸੈਂਟੈਂਸ ਦੇ ਵਿੱਚ, ਉਹ ਆਪਾਂ ਨੇ ਪਹਿਲੇ ਨੰਬਰ ਤੇ ਲਿਖਣਾ, ਜਿਵੇਂ ਇੱਥੇ ਲਿਖਤਾ ਦਿੱਤਾ ਦੇਖੋ, ਵਾਈ ਹੈਜ਼ ਹੀ ਨੋਟ ਬੀਨ ਪੇਇੰਗ ਟੈਕਸ ਸਿੰਸ 2018। ਠੀਕ ਹੈ, ਸੋ ਇਹ ਸੈਂਟੈਂਸ ਦੇਖੋ WH ਫੈਮਿਲੀ ਦਾ ਵਰਡ ਪਹਿਲਾਂ ਲਿਖਣਾ ਹੈ, ਉਸ ਤੋਂ ਬਾਅਦ ਹੈਲਪਿੰਗ ਵਰਬ ਦਾ ਪਹਿਲਾ ਪਾਰਟ, ਫਿਰ ਸਬਜੈਕਟ ਆ ਗਿਆ ਜੀ, ਜਿਵੇਂ ਹੀ ਸਬਜੈਕਟ ਇਸ ਦੇ ਵਿੱਚ ਆ ਹੈਲਪਿੰਗ ਵਰਬ ਦਾ ਪਹਿਲਾ ਪਾਰਟ ਹੈ, ਉਸ ਤੋਂ ਬਾਅਦ ਨੋਟ, ਜੇਕਰ ਸੈਂਟੈਂਸ ਨੈਗੇਟਿਵ ਵੀ ਹੈ ਤਾਂ ਨੋਟ ਲਿਖਾਂਗੇ, ਉਸ ਤੋਂ ਬਾਅਦ ਹੈਲਪਿੰਗ ਵਰਬ ਦਾ ਦੂਸਰਾ ਪਾਰਟ ਆ ਗਿਆ ਜੀ, ਬੀਨ ਹੈ ਇਸ ਦੇ ਵਿੱਚ ਹੈਲਪਿੰਗ ਵਰਬ ਦਾ ਦੂਸਰਾ ਪਾਰਟ, ਉਸ ਤੋਂ ਬਾਅਦ ਮੇਨ ਵਰਬ ਆ ਗਈ ਜੀ ਆਈਐਨਜੀ ਫਾਰਮ, ਉਸ ਤੋਂ ਬਾਅਦ ਇਹ ਟੈਕਸ ਕੀ ਹੈ ਇਸ ਦੇ ਵਿੱਚ ਆਬਜੈਕਟ ਹੈ ਜੀ, ਇਸ ਤੋਂ ਮੇਨ ਵਰਬ ਤੋਂ ਬਾਅਦ ਆਬਜੈਕਟ ਲਿਖਾਂਗੇ, ਫਿਰ ਸਿੰਸ ਜਾਂ ਫੋਰ ਵਿੱਚੋਂ ਇੱਕ ਵਰਡ ਇੱਥੇ ਲਿਖਾਂਗੇ, ਇੱਥੇ ਸਿੰਸ ਲਿਖ ਲਿਆ ਜੀ। ਕਿਉਂ ਲਿਖਿਆ ਸਿੰਸ? ਕਿਉਂਕਿ ਟਾਈਮ ਜੋ ਹੈ ਫਿਕਸ ਦਿੱਤਾ ਹੋਇਆ ਸੀ, ਸਰਟਨ ਟਾਈਮ ਸੀ 2018। ਠੀਕ ਹੈ, ਸੋ ਇਸ ਕਰਕੇ ਸਿੰਸ ਲਗਾਇਆ, ਲਾਸਟ ਤੇ ਜੋ ਹੈ ਟਾਈਮ ਤੇ ਕੁਐਸਚਨ ਮਾਰਕ। ਕਲੀਅਰ। ਇੱਕ ਗੱਲ ਹੋਰ ਧਿਆਨ ਦੇਣ ਵਾਲੀ ਇਹ ਹੈ, ਜੇਕਰ ਹੂ ਵਾਲਾ ਸੈਂਟੈਂਸ ਹੈ ਕੋਈ, ਠੀਕ ਹੈ, ਹੂ ਤੋਂ ਬਾਅਦ ਆਪਾਂ ਕੀ ਲਿਖਾਂਗੇ, ਹੈਜ਼ ਬੀਨ, ਫਿਰ ਆਈਐਨਜੀ ਫਾਰਮ, ਫਿਰ ਆਬਜੈਕਟ, ਫਿਰ ਸਿੰਸ ਜਾਂ ਫੋਰ, ਫਿਰ ਟਾਈਮ ਤੇ ਕੁਐਸਚਨ ਮਾਰਕ। ਠੀਕ ਹੈ, ਇਹ ਮੈਂ ਅਲੱਗ ਤੋਂ ਕਿਉਂ ਦੱਸ ਰਿਹਾ, ਕਿਉਂਕਿ ਦੇਖੋ ਇੱਥੇ ਆਪਾਂ ਨੇ ਸਬਜੈਕਟ ਵੀ ਲਿਖਿਆ ਹੈ। ਠੀਕ ਹੈ, ਹੈਲਪਿੰਗ ਵਰਬ ਤੋਂ ਬਾਅਦ ਸਬਜੈਕਟ ਵੀ ਲਿਖਿਆ, ਇੱਥੇ ਸਬਜੈਕਟ ਹੋਰ ਕੋਈ ਅਲੱਗ ਤੋਂ ਸਬਜੈਕਟ ਨਹੀਂ ਹੈ। ਠੀਕ ਹੈ, ਸੋ ਇਹ ਧਿਆਨ ਰੱਖਣਾ ਹੂ ਵਾਲੇ ਸੈਂਟੈਂਸਿਸ ਦੇ ਵਿੱਚ। ਤੇ ਇਸ ਨੂੰ ਜੇ ਨੈਗੇਟਿਵ ਬਣਾਉਣਾ ਹੈ ਤਾਂ ਹੈਜ਼ ਤੋਂ ਬਾਅਦ ਨੋਟ ਆਪਾਂ ਇੱਥੇ ਲਗਾ ਦਾਂਗੇ, ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ, ਹੈਲਪਿੰਗ ਵਰਬ ਦੇ ਫਸਟ ਪਾਰਟ ਤੋਂ ਬਾਅਦ ਨੋਟ ਆਪਾਂ ਨੇ ਇਨਸਰਟ ਕਰਨਾ ਹੁੰਦਾ ਜੇਕਰ ਸੈਂਟੈਂਸ ਨੈਗੇਟਿਵ ਬਣਾਉਣਾ ਹੋਵੇ, ਤੇ ਜੇਕਰ ਇੰਟਰੋਗੇਟਿਵ ਬਣਾਉਣਾ ਹੋਵੇ ਤਾਂ ਹੈਲਪਿੰਗ ਵਰਬ ਦਾ ਪਹਿਲਾ ਪਾਰਟ ਹੀ ਸਬਜੈਕਟ ਤੋਂ ਪਹਿਲਾਂ ਸ਼ਿਫਟ ਕਰਨਾ ਹੁੰਦਾ ਆਪਾਂ ਨੇ। ਕਲੀਅਰ। ਸੋ ਇਹ ਸਟਰਕਚਰ ਮੈਂ ਦੱਸ ਦਿੱਤਾ ਤੁਹਾਨੂੰ, ਇੱਥੇ ਲਿਖ ਵੀ ਦਿੱਤਾ ਇੱਕ ਵਾਰ ਫਿਰ। ਹੂ ਯਾਨੀ ਕਿ ਹੂ ਤੋਂ ਬਾਅਦ ਸਿੱਧਾ ਹੈਲਪਿੰਗ ਵਰਬ ਲਿਖਾਂਗੇ, ਫਿਰ ਆਈਐਨਜੀ ਫਾਰਮ, ਆਬਜੈਕਟ, ਸਿੰਸ ਜਾਂ ਫੋਰ ਵਿੱਚੋਂ ਕੋਈ ਇੱਕ ਵਰਡ, ਤੇ ਲਾਸਟ ਤੇ ਟਾਈਮ ਪਲੱਸ ਕੁਐਸਚਨ ਮਾਰਕ। ਜੇ ਨੈਗੇਟਿਵ ਸੈਂਟੈਂਸ ਹੈ ਤਾਂ ਇਹ ਧਿਆਨ ਰੱਖਣਾ ਹੈਲਪਿੰਗ ਵਰਬ ਦੇ ਪਹਿਲਾ ਪਾਰਟ, ਉਸ ਤੋਂ ਬਾਅਦ ਨੋਟ, ਫਿਰ ਹੈਲਪਿੰਗ ਵਰਬ ਦਾ ਦੂਸਰਾ ਪਾਰਟ। ਬਾਕੀ ਐਜ਼ ਇਟ ਇਜ਼ ਹੈ ਸਾਰਾ ਸਟਰਕਚਰ, ਕੋਈ ਡਿਫਰੈਂਸ ਨਹੀਂ ਹੈ। ਕਲੀਅਰ। ਆਓ ਹੁਣ ਆਪਾਂ ਦੇਖਦੇ ਹਾਂ ਤੁਹਾਡੀ ਐਕਸਰਸਾਈਜ਼। ਠੀਕ ਹੈ, ਐਕਸਰਸਾਈਜ਼ ਦੇਖੋ ਜੀ, ਵੀ ਡੈਸ਼ ਫॉर ਯੂ ਫॉर 2 ਆਵਰਸ। ਹੁਣ ਦੇਖੋ ਵੀ ਆ ਗਿਆ, ਵੀ ਨਾਲ ਹੈਜ਼ ਬੀਨ ਲੱਗੇਗਾ ਕਿ ਹੈਵ ਬੀਨ, ਹੈਵ ਬੀਨ ਯੂਜ਼ ਹੋਊਗਾ ਕਿਉਂਕਿ ਸੈਂਟੈਂਸ ਜੋ ਸਬਜੈਕਟ ਹੈ ਉਹ ਪਲੂਰਲ ਹੈ, ਵੀ ਆ ਗਿਆ, ਇਸ ਕਰਕੇ ਇੱਥੇ ਹੈਵ ਬੀਨ ਤੇ ਆਈਐਨਜੀ ਫਾਰਮ। ਵੇਟ ਦਿੱਤਾ ਆਪਣੇ ਕੋਲ, ਵਰਬ ਦਿੱਤੀ ਹੋਈ ਹੈ ਫਸਟ ਫਾਰਮ, ਵੇਟ ਦਾ ਕੀ ਲਿਖਾਂਗੇ, ਵੇਟਿੰਗ, ਆਈਐਨਜੀ ਫਾਰਮ ਬਣਾ ਦਾਂਗੇ ਯਾਨੀ ਕਿ ਫੋਰਥ ਫਾਰਮ। ਠੀਕ ਹੈ, ਸੋ ਇੱਥੇ ਤੁਸੀਂ ਲਿਖਣਾ ਹੈ, ਇੱਥੇ ਫਿਲ ਕਰਨਾ ਹੈ, ਵੀ ਹੈਵ ਬੀਨ ਵੇਟਿੰਗ ਫॉर ਯੂ ਫॉर 2 ਆਵਰਸ। ਠੀਕ ਹੈ, 2 ਘੰਟਿਆਂ ਤੋਂ ਇੰਤਜ਼ਾਰ ਕਰ ਰਹੇ ਹਾਂ, ਇਸ ਕਰਕੇ ਇੱਥੇ 4 ਲੱਗਿਆ ਹੈ। ਠੀਕ ਹੈ ਜੀ। ਨੈਕਸਟ ਦੇਖੋ, ਇਟ ਡੈਸ਼ ਸਿੰਸ ਮੋਰਨਿੰਗ। ਇਟ ਨਾਲ ਜੋ ਹੈ ਹੈਜ਼ ਬੀਨ ਲੱਗੇਗਾ ਕਿਉਂਕਿ ਥਰਡ ਪਰਸਨ ਸਿੰਗੂਲਰ ਸਬਜੈਕਟ ਹੋ ਗਿਆ ਇਹ, ਸੋ ਹੈਜ਼ ਬੀਨ, ਰੇਨ यानी कि रेनिंग हो जाएगा फोर्थ फॉर्म, आईएनजी फॉर्म आप कह सकते हैं, प्रेजेंट पार्टिसिपल कह सकते हैं। सो सेंटेंस की बनेगा, इट हैज़ बीन रेनिंग सिंस मॉर्निंग। क्लियर। नेक्स्ट देखो, हु डैश एट द डोर फॉर 10 मिनट्स। ठीक है, हु हैज़ बीन नॉकिंग, डायरैक्ट इत्थे हैज़ लिखांगे, बीन ते आईएनजी फॉर्म, नॉक दी आईएनजी फॉर्म नॉकिंग। ठीक है, हु हैज़ बीन नॉकिंग एट द डोर फॉर 10 मिनट्स। आ देखो 10 मिनट कोई भी हो सकते हैं, इस करके इत्थे 4 की वरतों की गई है, भी ध्यान रखियो। दे डैश हेयर सिंस 1997। दे प्लूरल सब्जैक्ट है, इस करके हैव बीन आएगा बेटा, तो लिव दी आईएनजी फॉर्म हो जाएगी लिविंग, यानी कि इत्थे की फिल करांगे आपां, हैव बीन लिविंग। क्लीयर। नैक्सट देखो, द गर्ल्स, गर्ल्स प्लूरल है, इस करके हैव बीन आ जाएगा, तो सिंग दी आईएनजी फॉर्म की बन जाएगी सिंगिंग, इत्थे फिल कर देंगे आप हैव बीन सिंगिंग। नैक्सट देखो, ही डैश फ्रॉम फीवर सिंस मंडे। ही सिंगुलर सब्जेक्ट है, हैज आएगा। ठीक है,
ਕਿਉਂਕਿ ਦੇਖੋ ਵਰਬ ਦੇ ਨਾਲ ਨੋਟ ਵੀ ਲਿਖਿਆ ਇੱਥੇ, ਨੋਟ ਸਫਰ ਦਿੱਤਾ। ਇਸ ਦਾ ਮਤਲਬ ਹੈ ਕਿ ਇਸ ਸੈਂਟੈਂਸ ਨੂੰ ਆਪਾਂ ਨੈਗੇਟਿਵ ਫਰੇਮ ਕਰਨਾ ਹੈ, ਨੈਗੇਟਿਵ ਸੈਂਟੈਂਸ ਹੈ ਇਹ। ਸੋ ਕੀ ਲਿਖਾਂਗੇ, ਹੀ ਹੈਜ਼ ਤੋਂ ਬਾਅਦ ਨੋਟ ਵੀ ਲਿਖਾਂਗੇ ਇੱਥੇ, ਫਿਰ ਬੀਨ, ਫਿਰ ਆਈਐਨਜੀ ਫॉर्म, ਯਾਨੀ ਕਿ ਆਪਾਂ ਫਿਲ ਕਰਾਂਗੇ ਹੀ ਹੈਜ਼ ਨੋਟ ਬੀਨ ਸਫਰਿੰਗ, ਹੀ ਹੈਜ਼ ਨੋਟ ਬੀਨ ਸਫਰਿੰਗ। ਇਹ ਵਰਡਸ ਜਿਹੜੇ ਇੱਥੇ ਲਿਖੇ ਹੋਏ ਪਿੱਛੇ ਆਪਾਂ ਨੇ ਲਾਸਟ ਤੇ ਲਿਖੇ ਨੇ, ਕਿਉਂਕਿ ਇੱਥੇ ਸਪੇਸ ਘੱਟ ਸੀ ਤਾਂ ਕਰਕੇ ਇੱਥੇ ਲਿਖੇ ਹੋਏ ਨੇ, ਤੁਸੀਂ ਇੱਥੇ ਫਿਲ ਕਰਨਾ ਇਸ ਨੂੰ, ਠੀਕ ਹੈ। 4 ਦੇ 4 ਸ਼ਬਦਾਂ ਨੂੰ ਇੱਥੇ ਲਿਖਣਾ ਹੈ। ਨੈਕਸਟ ਦੇਖੋ ਯੂ ਸੈਕੰਡ ਪਰਸਨ ਹੈ ਪ੍ਰਨਾਊਨ, ਇਸ ਕਰਕੇ ਇਸ ਦੇ ਨਾਲ ਹੈਵ ਬੀਨ ਲੱਗਣਾ ਹੈ, ਤੇ ਰਾਈਟ ਦਾ ਹੋ ਜਾਏਗਾ ਰਾਈਟਿੰਗ। ਇਸ ਦੇ ਵਿੱਚ ਨੋਟ ਦਿੱਤਾ ਨਹੀਂ ਹੋਇਆ, ਇਸ ਕਰਕੇ ਆਪਾਂ ਨੋਟ ਇੱਥੇ ਨਹੀਂ ਲਿਖਾਂਗੇ। ਸੋ ਸੈਂਟੈਂਸ ਕੀ ਬਣ ਜਾਏਗਾ, ਯੂ हैव बीन राइटिंग दिस बुक सिंस जनवरी। देखो तो सिंस लग्या, जनवरी आया हुआ इस करके, क्योंकि महीने का नाम दसता, ठीक है, इस करके सिंस यूज होया। इत्थे भी देखो दिन का नाम दस्या होया, इस करके सिंस लग्या है। इत्थे 2 आवर्स 2 घंटे, कोई भी 2 घंटे हो सकते हैं, इस करके 4 है। ये निश्चित नहीं है समा, ये निश्चित हो गया इत्थे मंडे जनवरी, ये निश्चित है, इस करके सिंस है, ठीक है। इस बारे डिटेल देखना चाहो तो तुसी देख सकते हो, ठीक है। चैनल के उपर अपनी अलग प्लेलिस्ट हैगी टेंस वाली, वो देख लियो, उत्थे बिल्कुल डिटेल दे विच समझाया होया है। द टैप सिंगुलर हो गया टैप, इस करके है जाएगा। सेंटेंस देखो नैगेटिव बनाना है, नोट लिखा है वर्ब दे नाल दिता है आपां नूं नोट रन, सो इत्थे हो जाएगा हैज़ नॉट बीन रनिंग। इत्थे फिल करना तुसी, इत्थे उरे इत्थे फिल करना बेटा, इत्थे, ठीक है। इत्थे की लिखोगे, द टैप तो बाद हैज़ नॉट बीन रनिंग, ठीक है। नैक्सट देखो वाई, ये देखो इंट्रोगेटिव सेंटेंस है ये, ठीक है। WH फैमिली द वर्ड भी आया है नाल, तो यू सब्जैक्ट है देखो, ठीक है। जदों कोई भी सेंटेंस आपां ने इंट्रोगेटिव बनाना होवे, आपां डिस्कस कर चुके हैं पहला कि सब्जैक्ट तो पहला हैल्पिंग वर्ब का पहला पार्ट लिखना है। ये पहला पार्ट लिखता, फिर सब्जैक्ट लिखना सी, सब्जैक्ट तो बाद दूसरा पार्ट लिखना सी, ठीक है। हैव पहला पार्ट है, इत्थे आ गया, फिर सब्जैक्ट आ गया, बीन दूसरा पार्ट है हैल्पिंग वर्ब का, इत्थे लिखता, उस तो बाद ये फिल ऑलरेडी हैगा ही है। सो इत्थे एक होर वर्ड मेन वर्ब रहेगी फाइटिंग, इत्थे लिखने तुसी बीन फाइटिंग, ठीक है। इत्थे स्पेस घट सी तां करके इधर लिखा गया है। सो तुसी लिखोगे वाई हैव यू बीन फाइटिंग, इत्थे फाइटिंग बेटा इत्थे लिखना, इत्थे सिंस तो पहला, ते बीन अते सिंस दे विचकार फाइटिंग लिखना इत्थे, ठीक है। लास्ट सेंटेंस है तुहाडा देखो वाई, ये भी इंट्रोगेटिव सेंटेंस है, सब्जैक्ट ही है, ही तो पहला हैज़ आएगा, फिर हैल्पिंग वर्ब का दूसरा पार्ट इत्थे लिखना है। सेंटेंस देखो नैगेटिव बनाना, नोट लिखा हुआ इस दे विच। सो इत्थे की फिल करोगे तुसी, सब्जैक्ट तो बाद नोट लिखना पेगा, क्योंकि सेंटेंस नैगेटिव बनाना है। ही तो बाद नोट, नोट तो बाद फिर हैल्पिंग वर्ब का दूसरा पार्ट, उस तो बाद मेन वर्ब लगनी है, ठीक है। यानी कि नॉट बीन कमिंग आ जाएगा इत्थे, नॉट बीन कमिंग, हैज आ गया ही तो पहला इत्थे, क्योंकि सेंटेंस इंट्रोगेटिव है। जो सेंटेंस इंट्रोगेटिव बनाना होंदा आपां ने, आपां हैल्पिंग वर्ब का पहला पार्ट सब्जैक्ट तो पहला लिखना होंदा है। सो उम्मीद करदा तुहानूं बिल्कुल सारा क्लीयर हो गया होएगा है। इसकी वधिया बेटा प्रैक्टिस करो, तो बाकी जो टेंस बच के नैक्सट वीडियो दे विच आपां करांगे, पास्ट इंडेफिनिट टेंस की गल करांगे, ठीक है। इस नाल संबंधी जो एक्सरसाइज है उसनूं भी आपां हल करांगे। सो बने रहो मेरे नाल, तुसीं तुहाडे अपने चैनल गेटवे टू इंग्लिश ते। मिलदे आं आपां नैक्सट वीडियो दे विच। थैंक यू वेरी मच, बाय बाय।